और सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच दंडोत बंधन अनकबार सर्व कला समरथ डोलन ते रखो प्रभु नानक दे कर हथ डोलन ते रखो प्रभु नानक दे कर हथ। परम सन्मान योग गुरु रूप साध संगत जीओ, कुछ समा गुरु के विचारां आप जी नूं सरवण करा सकां उस तो पहले 10वें पातशाह की बख्शिश की हुई पावन पवित्र फतेह सनिमर प्रवान करनी। वाहिगुरु जी का खालसा वाहिगुरु जी की फतेह। गुरु ग्रंथ साहब महाराज दे विच आए हुए अनेकां ही जीवां दी विचार आप सरवण कर रहे हो कि पशुओं का जिक्र, पंछियों का जिक्र, जीव जंतुओं का जिक्र जो है गुरु ग्रंथ साहब दे विच क्यों आया है, उसका मूल कारण की है। कुछ गुणा करके कुछ अवगुणा करके, बाकी मूल रूप दे विच मनुख नूं समझाण वास्ते इन्हां तमाम जीव जंतुओं का जिक्र गुरु ग्रंथ साहब दे विच आया है। गुरु अर्जन देव जी महाराज ने इस वास्ते जेड़े परमेश्वर दा सिमरन नहीं करते हैं, दातां प्रभु कोलों लैके उन्होंने याद नहीं करते हैं, उसे नूं आख्या है कि करतूत पशु की मानस जात लोक पचारा करे दिन रात। कल आपने सरवण कीती है कीड़ी दी विचार, कीड़ी तुल ना होवनी जे तिस मनो न विसरै। अगर कीड़ी दे हिरदे विचों परमात्मा नहीं विसरदा है तो फिर उस तो वड्डा होर कोई नहीं है। पहले नंबर ते कीड़ी का जिक्र आया है, दूसरे नंबर ते गुरु ग्रंथ साहब दे विच पन्ना गुरु ग्रंथ साहब दा 15 नंबर श्री राग दे विच जो गुरु नानक सच्चे पातशाह दी बाणी है ना, उत्थे कीड़ी तो बाद दूजे नंबर ते कुत्ते दा जिक्र आया है। कुकर, कुत्ते दे कई नाम गुरु ग्रंथ साहब दे विच आए हैं। कुत्ता करके भी आया है, कुत्ती करके भी आया है, कुत्ते करके भी आया है, कुकर करके आया है, स्वान करके भी आया है, सग करके भी कुत्ते का जिक्र आया है। सग भी कुत्ते नूं कहंदे हन। कई नाम गुरु ग्रंथ साहब दे विच आए हैं। गुरु नानक सच्चे पातशाह पहली पंक्ति दे विच जो कुत्ते का जिक्र करते हैं, महाराज सच्चे पातशाह जी कहते ने लब कुत्ता कूड़ चूड़ा ठग खादा मुरदार।
ਸ੍ਰੀ ਰਾਗ ਦੀ ਇਹ ਪੰਕਤੀ ਹੈ। ਕੁੱਤੇ ਤੁਸੀਂ ਆਮ ਕਰਕੇ ਦੇਖੇ ਹੋਣੇ ਨੇ, ਘਰਾਂ ਦੇ ਵਿੱਚ ਲੋਕੀ ਪਾਲ ਕੇ ਰੱਖਦੇ ਨੇ, ਸੜਕਾਂ 'ਤੇ ਘੁੰਮਦੇ ਪਏ ਨੇ। ਕੁਛ ਜੰਗਲੀ ਕੁੱਤੇ ਵੀ ਹੁੰਦੇ ਨੇ। ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਅਲੱਗ-ਅਲੱਗ ਕਿਸਮਾਂ ਦੇ ਕੁੱਤੇ ਨੇ। ਕੁਛ ਛੋਟੇ ਨੇ, ਵੱਡੇ ਨੇ, ਬਹੁਤ ਵੱਡੇ ਨੇ। ਕੁਛ ਪਾਲਤੂ ਨੇ, ਕੁਛ ਆਵਾਰਾ ਕੁੱਤੇ ਹਨ। ਮਨੁੱਖ ਨੇ ਬੜੀ ਕੋਸ਼ਿਸ਼ ਕੀਤੀ ਹੈ, ਕੁੱਤਿਆਂ ਦੀਆਂ ਚੰਗੀਆਂ ਕੁਆਲਿਟੀਆਂ ਜੋ ਹੈ ਮਨੁੱਖ ਨੇ ਪੈਦਾ ਕੀਤੀਆਂ ਹਨ। ਬੜੇ ਬੜੇ ਸਮਝਦਾਰ ਕੁੱਤੇ, ਬੜੇ ਬੜੇ ਸੋਹਣੇ ਕੁੱਤੇ ਪੈਦਾ ਕਰਨ ਵਿੱਚ ਮਨੁੱਖ ਨੇ ਬੜੀ ਮਿਹਨਤ ਕੀਤੀ ਔਰ ਕਾਮਯਾਬ ਵੀ ਹੋਇਆ ਹੈ। ਲੇਕਿਨ ਚੰਗੇ ਇਨਸਾਨ ਪੈਦਾ ਹੋ ਸਕਣ, ਇਹਦੇ ਉੱਤੇ ਮਨੁੱਖ ਦੀ ਕੋਈ ਮਿਹਨਤ ਨਹੀਂ ਹੈ, ਕੁਛ ਵੀ ਨਹੀਂ। ਬਲਕਿ ਜੋ ਕੁਛ ਮਨੁੱਖ ਅੱਜ ਸੋਚਦਾ ਹੈ ਨਾ ਵੀ ਅਸੀਂ ਚੰਗੇ ਵਾਸਤੇ ਬਣਾਇਆ, ਸਭ ਗਲਤ ਹੈ। ਉਹ ਬੇਕਾਰ ਹੈ। ਸਭ ਮਨੁੱਖ ਪਿੱਛੇ ਵੱਲ ਚਲਾ ਗਿਆ, ਅੱਗੇ ਨਹੀਂ ਗਿਆ ਹੈ। ਪੁਰਾਤਨ ਸਮੇਂ ਦੇ ਵਿੱਚ ਜਿਤਨੇ ਮਨੁੱਖ ਸਮਝਦਾਰ ਹੁੰਦੇ ਸਨ, ਤਾਕਤਵਰ ਹੁੰਦੇ ਸਨ, ਮਿਹਨਤੀ ਹੁੰਦੇ ਸਨ, ਰੱਬ ਨੂੰ ਯਾਦ ਕਰਨ ਵਾਲੇ ਹੁੰਦੇ ਸਨ, ਭਗਤ ਹੁੰਦੇ ਸਨ, ਅੱਜ ਉਤਨੇ ਨਹੀਂ ਹਨ। ਸਾਧਨ ਬਹੁਤ ਵੱਧ ਗਏ ਨੇ, ਲੇਕਿਨ ਮਨੁੱਖ ਜੋ ਹੈ ਸਭ ਪਿੱਛੇ ਚਲਾ ਗਿਆ ਹੈ, ਅੱਗੇ ਨਹੀਂ ਗਿਆ ਹੈ। ਕਹਿਣ ਦੇ ਨਾਮ 'ਤੇ ਤਰੱਕੀ ਕੀਤੀ ਹੈ, ਵਰਨਾ ਮਨੁੱਖ ਨੂੰ ਅਗਰ ਅਸੀਂ ਨਾਪ ਕੇ ਦੇਖੀਏ, ਤੋਲ ਕੇ ਦੇਖੀਏ, ਇਹਦਾ ਅਗਰ ਅਸੀਂ ਮੁਤਾਲਾ ਕਰੀਏ ਨਾ, ਤਾਂ ਮਨੁੱਖ ਪਿੱਛੇ ਚਲਾ ਗਿਆ ਹੈ, ਅੱਗੇ ਨਹੀਂ ਹੈ। ਮਨੁੱਖ ਪਿੱਛੇ ਚਲਾ ਗਿਆ ਹੈ। ਚੰਗੇ ਕੁੱਤੇ ਪੈਦਾ ਹੋ ਸਕਣ, ਮਨੁੱਖ ਨੇ ਬੜੀ ਮਿਹਨਤ ਕੀਤੀ ਹੈ ਔਰ ਕਾਮਯਾਬ ਵੀ ਹੋਇਆ। ਲੇਕਿਨ ਚੰਗੇ ਮਨੁੱਖ ਪੈਦਾ ਕਰ ਸਕੇ, ਮਨੁੱਖ ਇਸ ਵਿੱਚ ਫੇਲ ਹੋ ਗਿਆ, ਬਿਲਕੁਲ ਫੇਲ ਹੋ ਗਿਆ ਹੈ। ਕੁੱਤੇ ਦਾ ਇੱਕ ਰੂਪ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਲੋਭ ਦਾ ਰੱਖਿਆ। ਕੁੱਤੇ ਨੂੰ ਲੋਭੀ ਮੰਨਿਆ ਗਿਆ ਹੈ। ਕੁੱਤਾ ਲੋਭ ਦਾ ਚਿੰਨ੍ਹ ਹੈ। ਗੁਰਬਾਣੀ ਵਿੱਚ ਬਹੁਤ ਸਾਰੀਆਂ ਐਸੀਆਂ ਪੰਕਤੀਆਂ ਆਉਂਦੀਆਂ ਜਿਹਦੇ ਵਿੱਚ ਸਤਿਗੁਰੂ ਕਹਿੰਦੇ ਨੇ ਜਿਹੜਾ ਕੁੱਤਾ ਹੈ ਨਾ, ਇਹ ਲੋਭ ਹੈ। ਮਨਮੁਖ ਨਿੰਦਾ ਕਰ ਕਰ ਵਿਗੂਤਾ, ਅੰਤਰ ਲੋਭ ਭੌਂਕੇ ਜਿਸ ਕੁੱਤਾ। ਮਨੁੱਖ ਦੇ ਅੰਦਰ ਲੋਭ ਰੂਪੀ ਕੁੱਤਾ ਹਰ ਵਕਤ ਭੌਂਕਦਾ ਪਿਆ ਹੈ। ਕੁੱਤੇ ਨੂੰ ਲੋਭੀ ਮੰਨਿਆ ਗਿਆ। ਜਿਸ ਮਨੁੱਖ ਦੇ ਅੰਦਰ ਲੋਭ ਜ਼ਿਆਦਾ ਹੋਵੇ, ਸਮਝੋ ਉਹ ਮਨੁੱਖ ਵੀ ਕੁੱਤੇ ਦਾ ਸੁਭਾਅ ਰੱਖਦਾ ਹੈ। ਉਹਦੇ ਅੰਦਰ ਆਪਾਂ ਇੰਝ ਕਹਿ ਸਕਦੇ ਹਾਂ ਕਿ ਕੁੱਤਾ ਪ੍ਰਵੇਸ਼ ਕਰ ਗਿਆ ਹੈ ਅੰਦਰ। ਬਾਕੀ ਗੁਰਬਾਣੀ ਇੱਥੋਂ ਤੱਕ ਕਹਿੰਦੀ ਹੈ ਕਿ ਜਿਹੜਾ ਮਨੁੱਖ ਸਿਮਰਨ ਨਹੀਂ ਕਰਦਾ ਹੈ ਨਾ, ਉਹ ਮਨੁੱਖ ਹੈ ਹੀ ਕੁੱਤਾ, ਜੋ ਸਿਮਰਨ ਨਹੀਂ ਕਰਦਾ ਹੈ। ਬਿਨ ਸਿਮਰਨ ਭਏ ਕੂਕਰ ਕਾਮ, ਸਾਕਤ ਬੇਸਵਾ ਪੂਤ ਨੇ ਨਾਮ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਬਿਨਾਂ ਸਿਮਰਨ ਤੋਂ ਮਨੁੱਖ ਕੁੱਤਾ ਹੀ ਹੈ, ਬਸ ਬਿਨਾਂ ਸਿਮਰਨ ਤੋਂ। ਕਿਉਂਕਿ ਸਾਨੂੰ ਮਨੁੱਖਾ ਤਨ ਦਿੱਤਾ ਹੈ। ਮਨੁੱਖਾ ਤਨ ਪ੍ਰਾਪਤ ਕਰਕੇ ਅਗਰ ਮਨੁੱਖਾਂ ਵਾਲੇ ਕੰਮ ਨਹੀਂ ਕਰਦਾ ਹੈ, ਤੇ ਮਨੁੱਖਾਂ ਵਾਲਾ ਕੰਮ ਕੀ ਹੈ? ਪਰਮੇਸ਼ਰ ਨੂੰ ਯਾਦ ਕਰਨਾ, ਉਹਦਾ ਸਿਮਰਨ ਕਰਨਾ, ਉਹਨੂੰ ਚੇਤੇ ਰੱਖਣਾ। ਕਿਉਂਕਿ ਮਨੁੱਖ ਜੀਵਨ ਦਾ ਇਹੀ ਲਾਹਾ ਹੈ ਕਿ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਮਨੁੱਖਾ ਜਨਮ ਦਾ ਇਹ ਲਾਹਾ ਹੈ। ਬਾਕੀ ਸਤਿਗੁਰੂ ਕਹਿੰਦੇ ਨੇ ਅਵਰ ਕਾਜ ਤੇਰੇ ਕਿਤੇ ਨਾ ਕਾਮ। ਜਿਤਨੇ ਕੰਮ ਤੂੰ ਕਰਦਾ ਪਿਆ ਉਹ ਤੇਰੇ ਕੀਤੇ ਹੋਏ ਕਿਸੇ ਕੰਮ ਦੇ ਨਹੀਂ ਹਨ, ਕਿਸੇ ਕੰਮ ਦੇ ਨਹੀਂ। ਬਿਨਾਂ ਸਿਮਰਨ ਤੋਂ ਮਨੁੱਖ ਕੁੱਤਾ ਹੈ, ਕੂਕਰ ਹੈ। ਗੁਰਬਾਣੀ ਐਸਾ ਕਹਿ ਰਹੀ ਹੈ। ਸਤਿਗੁਰੂ ਕਹਿੰਦੇ ਨੇ ਨਾਮ ਬਿਨਾ ਜੋ ਪਹਿਰੇ ਖਾਏ,
ज्यों कूकर जूठन में पाए। नाम तो बिना मनुख इस तरह समझ लवो जैसे कोई कुत्ता जूठे भांडियां दे विच मूँह मारदा ना, जूठन खांदा है, गंदगी खांदा है, इस तरह समझ लवो। कुत्ते दा सुभाव जिस मनुख दे अंदर होवे, कुत्ते दा कम की है, कुत्ता कुत्ते नूं देख के भौंकना शुरू कर दिंदा वे। बाजार विच आपां देखदे आ ना, कुत्ता कुत्ते नूं देख के भौंकना शुरू कर दिंदा है। ना उहदे कोलों कुछ लैना, ना कुछ देना, उहदे नाल कोई संबंध नहीं है, फिर भी कुत्ता कुत्ते नूं देख के भौंकना शुरू कर दिंदा वे। जिस मनुख दे अंदर ये सुभाव होवे कि बंदा बंदे नूं देख के भौंकना शुरू कर दवे, ना उहदे कोलों कुछ लैना है, ना उहदे कोलों कुछ देना है, ना कोई उहदे नाल संबंध है, एवें ही बेफजूल ही किसी दी निंदा करन लग पिया, किसी नूं भंडण लग पिया वे, किसी नूं बोल कुबोल बोलण लग पिया है, किसी नूं गालां कड्ढण लग पिया है, इस बंदे दे अंदर असीं कह सकने आ एक कुत्ते दा सुभाव है। ये बंदा नहीं है, कुत्ता है। कुत्ता कुत्ते नूं बर्दाश्त नहीं करदा है, कुत्ता कुत्ते नूं बर्दाश्त नहीं करदा है। जेड़ा मनुख किसी दूजे मनुख नूं बर्दाश्त ना करदा होवे, गुरबाणी कहंदी है वो मनुख नहीं है, वो कुत्ता ही है फिर, जो किसी दूजे नूं बर्दाश्त नहीं करदा है। कुत्ता कुत्ते नूं बर्दाश्त नहीं करदा, बंदा बंदे नूं अगर बर्दाश्त नहीं करदा तो कह सकते हैं कि ये बंदा नहीं, फिर ये कुत्ता ही है। और ऐसा देखण विच आया है, एक अफसर दूजे अफसर नूं बर्दाश्त नहीं करदा है, भरा नूं बर्दाश्त नहीं करदा है, शरीक नूं बर्दाश्त नहीं करदा है, पड़ोसी नूं बर्दाश्त नहीं करदा है, एक नेता दूजे नेता नूं बर्दाश्त नहीं करदा है। और हुण तां ऐसा देखण विच आया है, एक संत दूजे संत नूं फतेह बुला के भी राजी नहीं है। हुण तां ऐसा भी देखण विच आया है, संत संत नूं बर्दाश्त नहीं करदा है। वड्डियां पदवियां ते बैठे हुए ने, एक बंदा दूजे नूं बर्दाश्त नहीं करदा है। तो असी कह सकते हैं कि इन्हां दे अंदर जिहड़ा सुभाव है ना, वो मनुखां वाला नहीं है, वो कूकर वाला सुभाव है। कुत्ता कुत्ते नूं बर्दाश्त नहीं करदा है। कुत्ते नूं लोभ दा चिन्ह मन्निया गया, कुत्ता लोभी गिणिया गया है। तो गुरबाणी ऐसा कहती है कि जिथे कूकर दे अंदर, कुत्ते दे अंदर लोभ है ना, लोभ इस कुत्ते नूं फिर पागल कर दिंदा वे। लोभ कुत्ते नूं पागल कर दिंदा वे। तो गुरु नानक सच्चे पातशाह जी ते कहंदे ने कि जिथे लोभ होवे ना, लोभ रूपी कुत्ता जिथे होवे, वो कल्ला नहीं होंदा, उहदे नाल दो कुत्तियां भी होंदियां ने। कुत्ता कल्ला नहीं होंदा है अंदर। सतगुरां दी पावन बाणी है श्री राग महला पहला। सतगुरु कहंदे ने एक सवान दोए सवानी नाल, पलके भौंके है सदा ब्याल। एक सवान कहंदे ने कुत्ते नूं, दोए सवानी नाल, दो नाल कुत्तियां हन, एक कुत्ता है दो कुत्तियां ने, पलके भौंके सदा ब्याल। महाराज कहंदे ने सवेरे जद बंदा उठदा है ना, लोभ रूपी कुत्ता भौंकना शुरू कर दिंदा वे। इस लोभ रूपी कुत्ते दे भौंकदियां ही दो जिहड़ियां पिछे कुत्तियां हन वो भी भौंकना शुरू कर दिंदियां ने। लोभ रूपी कुत्ता अंदर मन विच वसिया होया है। दो कुत्तियां ने आशा ते तृष्णा। लोभ जद अंदर जागदा है ना, तो फिर ये आशा ते तृष्णा ये दोनों भी नाल भौंकना शुरू कर दिंदियां ने।
ਰਾਤ ਜਦ ਅਸੀਂ ਸੌਂਦੇ ਹਾਂ ਕੁਝ ਸਮੇਂ ਵਾਸਤੇ ਇਹ ਜ਼ਰੂਰ ਚੁੱਪ ਕਰ ਜਾਂਦੇ ਨੇ। ਸਵੇਰੇ ਉੱਠਦਿਆਂ ਹੀ ਮਹਾਰਾਜ ਕਹਿੰਦੇ ਨੇ ਲੋਭ ਰੂਪੀ ਕੁੱਤਾ ਭੌਂਕਦਾ, ਦੋਨੋਂ ਇਹ ਕੁੱਤੀਆਂ ਭੌਂਕਦੀਆਂ ਹਨ, ਆਸਾ ਤੇ ਤ੍ਰਿਸ਼ਨਾ। ਆਸਾ ਮੈਨੂੰ ਇਹ ਚਾਹੀਦਾ ਹੈ, ਉਹ ਮਿਲ ਜਾਂਦਾ, ਫਿਰ ਹੋਰ ਕੋਈ ਦੂਸਰੀ ਆਸ ਪੈਦਾ ਹੋ ਜਾਂਦੀ ਹੈ, ਉਹ ਪੂਰੀ ਹੋ ਜਾਂਦੀ ਹੈ, ਕੋਈ ਹੋਰ ਆਸ ਪੈਦਾ ਹੋ ਜਾਂਦੀ ਹੈ। ਤ੍ਰਿਸ਼ਨਾ ਜਿਤਨਾ ਚਾਹੀਦਾ ਸੀ ਮਿਲ ਗਿਆ, ਤ੍ਰਿਸ਼ਨਾ ਹੋਰ ਅੱਗੇ ਵੱਧ ਜਾਂਦੀ ਹੈ, ਕਹਿੰਦੀ ਹੈ ਨਹੀਂ ਹੋਰ ਚਾਹੀਦਾ ਵੇ। ਜਿਤਨੀ ਅੰਦਰ ਮੰਗ ਬਣਦੀ ਹੈ ਉਹ ਪੂਰੀ ਹੋ ਜਾਂਦੀ ਹੈ, ਫਿਰ ਤ੍ਰਿਸ਼ਨਾ ਹੋਰ ਵੱਧ ਜਾਂਦੀ ਹੈ, ਹੋਰ ਚਾਹੀਦਾ ਵੇ। ਬਸ ਇਸ ਤਰ੍ਹਾਂ ਹੀ ਆਸਾ ਤੇ ਤ੍ਰਿਸ਼ਨਾ ਰੂਪੀ ਜਿਹੜੀਆਂ ਦੋ ਕੁੱਤੀਆਂ ਨੇ, ਇਸ ਲੋਭ ਰੂਪੀ ਕੁੱਤੇ ਨੂੰ ਪਾਗਲ ਕਰ ਦਿੰਦੀਆਂ ਨੇ। ਫਿਰ ਇਹ ਪਾਗਲ ਹੋ ਜਾਂਦਾ ਵੇ। ਕਈ ਲੋਕ ਐਸੇ ਹੀ ਲੋਭ ਦੇ ਵਿੱਚ ਫਸ ਕੇ ਪਾਗਲ ਹੋ ਜਾਂਦੇ ਨੇ, ਹਲਕਾਏ ਕੁੱਤੇ ਦੀ ਤਰ੍ਹਾਂ ਹੋ ਜਾਂਦੇ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿੱਥੇ ਕੁੱਤੇ ਦੇ ਵਿੱਚ ਹਲਕ ਪੈ ਜਾਏ ਨਾ, ਉਹ ਕੁੱਤਾ ਫਿਰ ਕਿਸੇ ਨੂੰ ਵੀ ਬਖਸ਼ਦਾ ਨਹੀਂ ਹੈ, ਕਿਸੇ ਨੂੰ ਛੋੜਦਾ ਹੀ ਨਹੀਂ ਹੈ। ਜਿਉਂ ਕੂਕਰ ਹਰਕਾਇਆ ਤਾਵੇ ਦੈ ਦਿਸ ਜਾਏ, ਲੋਭੀ ਜੰਤ ਨਾ ਜਾਣੀ ਪੱਖ ਅਪੱਖ ਸਭ ਖਾਏ। ਲੋਭੀ ਜੰਤ ਨਾ ਜਾਣੀ ਪੱਖ ਅਪੱਖ ਸਭ ਖਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਕੁੱਤੇ ਨੂੰ ਹਲਕ ਪੈ ਜਾਏ, ਕੁੱਤਾ ਪਾਗਲ ਹੋ ਜਾਵੇ, ਉਹ ਫਿਰ ਕਿਸੇ ਨੂੰ ਬਖਸ਼ਦਾ ਨਹੀਂ ਹੈ। ਫਿਰ ਉਹ ਰਾਹ ਦੇ ਵਿੱਚ ਲੰਘਣ ਵਾਲਿਆਂ ਨੂੰ, ਉਹਨਾਂ ਨੂੰ ਕੱਟਦਾ ਹੈ, ਪੜੋਸੀਆਂ ਨੂੰ ਕੱਟੇਗਾ, ਆਉਣ ਜਾਣ ਵਾਲਿਆਂ ਨੂੰ ਕੱਟਦਾ ਵੇ। ਫਿਰ ਜਿਸ ਮਾਲਕ ਨੇ ਪਾਲਿਆ ਹੁੰਦਾ ਫਿਰ ਉਹਨੂੰ ਵੀ ਕੱਟਦਾ ਵੇ। ਜਦ ਕੁੱਤਾ ਪਾਗਲ ਹੋ ਜਾਏ ਨਾ, ਫਿਰ ਉਸ ਨੂੰ ਕੁਛ ਨਹੀਂ ਸੂਝਦਾ ਕਿ ਹੁਣ ਮੇਰੇ ਸਾਹਮਣੇ ਕੌਣ ਹੈ। ਮਹਾਰਾਜ ਕਹਿੰਦੇ ਨੇ ਲੋਭੀ ਜੰਤ ਨਾ ਜਾਣੀ ਪੱਖ ਅਬੱਖ ਸਭ ਖਾਏ। ਜੈਸੇ ਇੱਕ ਕੁੱਤਾ ਪਾਗਲ ਹੋ ਜਾਂਦਾ ਨਾ, ਉਹ ਫਿਰ ਕਿਸੇ ਨੂੰ ਪਛਾਣਦਾ ਨਹੀਂ ਹੈ। ਉਹ ਜਿਹੜਾ ਸਾਹਮਣੇ ਆ ਜਾਏ ਉਹਨੂੰ ਕੱਟਦਾ, ਉਹਨੂੰ ਨੁਕਸਾਨ ਪਹੁੰਚਾਏਗਾ। ਜਿਸ ਬੰਦੇ ਦੇ ਅੰਦਰ ਲੋਭ ਦਾ ਹਲਕ ਪੈ ਜਾਂਦਾ ਹੈ, ਪਾਗਲ ਹੋ ਜਾਂਦਾ ਹੈ, ਲੋਭੀ ਹੋ ਜਾਂਦਾ ਹੈ, ਉਹ ਬੰਦਾ ਫਿਰ ਕਿਸੇ ਨੂੰ ਵੀ ਬਖਸ਼ਦਾ ਨਹੀਂ ਹੈ। ਫਿਰ ਉਹ ਭਰਾ ਨੂੰ ਵੀ ਧੋਖਾ ਦੇਵੇਗਾ, ਮਾਂ ਬਾਪ ਨੂੰ ਧੋਖਾ ਦੇਵੇਗਾ, ਮਿੱਤਰਾਂ ਨੂੰ ਧੋਖਾ ਦੇਵੇਗਾ, ਰਿਸ਼ਤੇਦਾਰ ਸੰਬੰਧੀਆਂ ਨੂੰ ਧੋਖਾ ਦੇਵੇਗਾ। ਉਹ ਜੋ ਵੀ ਉਹਦੇ ਸਾਹਮਣੇ ਆ ਗਿਆ ਉਹਨੇ ਸਭ ਨੂੰ ਧੋਖਾ ਦੇਣਾ। ਲੋਭੀ ਜੰਤ ਨਾ ਜਾਣੀ ਪੱਖ ਅਵੱਖ ਸਭ ਖਾਏ। ਇਹਨੂੰ ਨਹੀਂ ਪਤਾ ਵੀ ਮੈਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਹੈ। ਫਿਰ ਇਹ ਸਭ ਨੂੰ ਧੋਖਾ ਦਿੰਦਾ ਹੈ। ਹਲਕ ਜਦ ਵੱਧ ਜਾਂਦੀ ਹੈ ਤਾਂ ਫਿਰ ਜਿਸ ਮਾਲਕ ਨੇ ਪਾਲ ਕੇ ਵੱਡਾ ਕੀਤਾ ਹੈ, ਜਿਹਨੇ ਪਾਲਿਆ ਹੈ, ਇਹ ਫਿਰ ਉਸ ਨੂੰ ਵੀ ਕੱਟਦਾ ਆਵੇ। ਇਹ ਨਹੀਂ ਛੋੜਦਾ ਕਿਸੇ ਨੂੰ ਵੀ, ਕਿਉਂਕਿ ਪਾਗਲ ਜੀ ਹੋ ਗਿਆ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਕਿ ਲੋਭੀ ਕਾ ਵੇਸਾਹ ਨਾ ਕੀਜੇ ਜੇ ਕਾ ਪਾਰ ਵਸਾਏ। ਲੋਭੀ ਬੰਦੇ ਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਕਿਸੇ ਨੂੰ ਵੀ ਛੋੜਦਾ ਨਹੀਂ ਹੈ। ਇਹ ਹਰ ਇੱਕ ਨੂੰ ਕੱਟਦਾ ਹੈ, ਹਰ ਇੱਕ ਨੂੰ ਧੋਖਾ ਦਿੰਦਾ ਹੈ। ਜਿਹਨੇ ਪਾਲਿਆ ਉਹਨੂੰ ਵੀ ਧੋਖਾ ਦਿੰਦਾ ਹੈ। ਇਹ ਕਿਸੇ ਨੂੰ ਨਹੀਂ ਬਖਸ਼ਦਾ ਹੈ। ਮਾਤਾ ਗੁਜਰ ਕੌਰ ਜੀ ਔਰ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ, ਜਿਸ ਵਕਤ ਸਰਸਾ ਨਦੀ ਪਾਰ ਕੀਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨਦੀ ਦੇ ਕਿਨਾਰੇ ਚਲਦੇ ਚਲਦੇ ਕੁੰਮੇ ਮਾਸ਼ਕੀ ਦੀ ਝੁੱਗੀ ਵਿੱਚ ਜਾ ਕੇ ਤੇ ਰਾਤ ਰੁਕੇ ਨੇ। ਰਾਤ ਉੱਥੇ ਰੁਕੇ ਨੇ। ਉੱਥੇ ਫਿਰ ਗੁਰੂ ਘਰ ਦਾ ਜੋ ਗੰਗੂ ਰਸੋਈਆ ਸੀ,
ਗੰਗੂ ਬ੍ਰਾਹਮਣ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ। ਇਹ ਗੁਰੂ ਘਰ ਦਾ ਰਸੋਈਆ ਸੀ। ਸਤਿਗੁਰੂ ਇਸ ਨਾਲ ਬਹੁਤ ਪਿਆਰ ਕਰਦੇ ਸਨ, ਇਹਦੀ ਹਰ ਲੋੜ ਨੂੰ ਪੂਰਾ ਕਰਦੇ ਸਨ। ਗੁਰੂ ਘਰ ਤੋਂ ਇਹ ਖਾਂਦਾ ਸੀ, ਇਹਦਾ ਪਰਿਵਾਰ ਗੁਰੂ ਘਰ ਤੋਂ ਚੱਲਦਾ ਸੀ। ਲੈ ਕੇ ਜਦ ਆਇਆ ਮਾਤਾ ਜੀ ਨੂੰ ਆਪਣੀ ਪਿੰਡ ਦੇ ਵਿੱਚ, ਪਿੰਡ ਖੇੜੀ ਵਿੱਚ ਲੈ ਕੇ ਆਇਆ। ਕਹਿੰਦਾ ਮਾਂ ਚਲੋ ਮੇਰੇ ਨਾਲ, ਇਹ ਸਾਹਿਬਜ਼ਾਦਿਆਂ ਦੀ ਤੁਹਾਡੀ ਮੈਂ ਹਿਫਾਜ਼ਤ ਕਰਾਂਗਾ, ਤੁਸੀਂ ਮੇਰੇ ਘਰ ਚੱਲ ਕੇ ਚਰਨ ਪਾਓ। ਲੈ ਆਇਆ ਆਪਣੇ ਘਰ ਦੇ ਵਿੱਚ। ਇਹਨੇ ਇੱਕ ਕੋਠਾ, ਇੱਕ ਕਮਰਾ ਜੋ ਹੈ ਮਾਤਾ ਜੀ ਨੂੰ ਦਿੱਤਾ ਹੋਵੇ ਰਹਿਣ ਵਾਸਤੇ। ਜੋ ਕੁਛ ਘਰ ਵਿੱਚ ਹੈ ਸੀ ਇਹਨੇ ਪ੍ਰਸ਼ਾਦਾ ਪਾਣੀ ਬਣਾ ਕੇ ਸੇਵਾ ਕੀਤੀ ਹੈ। ਸ਼ਾਮ ਦਾ ਵਕਤ ਹੋਇਆ, ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਰਹਿਰਾਸ ਸਾਹਿਬ ਦਾ ਪਾਠ ਕੀਤਾ ਹੈ। ਅੱਜ ਕੱਲ੍ਹ ਤਾਂ ਇਹ ਸਾਡੇ ਪਰਿਵਾਰਾਂ ਵਿੱਚ ਰਹਿ ਨਹੀਂ ਨਾ ਗਿਆ। ਘਰ ਦੇ ਬਜ਼ੁਰਗ ਵੀ ਅੰਮ੍ਰਿਤ ਵੇਲੇ ਦਾ ਕੋਈ ਪਤਾ ਨਹੀਂ, ਸੰਧਿਆ ਦਾ ਕੋਈ ਪਤਾ ਨਹੀਂ, ਰਹਿਰਾਸ ਦਾ ਟਾਈਮ ਕਦੋਂ ਹੈ, ਕੀਰਤਨ ਸੋਹਿਲਾ ਕਦੋਂ ਪੜ੍ਹਨਾ ਹੈ, ਸਤਸੰਗਤ ਵਿੱਚ ਨਹੀਂ ਜਾਂਦੇ ਹਨ। ਕਦੀ ਬੱਚਿਆਂ ਨੂੰ ਗੋਦ ਵਿੱਚ ਬਿਠਾ ਕੇ ਜਪਜੀ ਸਾਹਿਬ ਨਹੀਂ ਪੜ੍ਹਿਆ, ਕਦੀ ਰਹਿਰਾਸ ਨਹੀਂ ਪੜ੍ਹੀ ਹੈ, ਕਦੀ ਸਿਮਰਨ ਨਹੀਂ ਕੀਤਾ ਹੈ। ਆਪ ਹੀ ਨਹੀਂ ਕੀਤਾ ਤਾਂ ਬੱਚਿਆਂ ਨੂੰ ਕੀ ਕਰਾਉਣਾ ਹੈ। ਐਵੇਂ ਨਹੀਂ, ਇਹਨਾਂ ਬੱਚਿਆਂ ਦੇ ਵਿੱਚ ਇਤਨਾ ਜੋਸ਼ੋ ਖਰੋਸ਼ ਸੀ, ਇਤਨੀ ਹਿੰਮਤ ਸੀ ਕਿ ਉਹ ਸੂਬੇ ਦੇ ਸਾਹਮਣੇ ਜਾ ਕੇ ਤੇ ਡਟ ਗਏ ਸਨ। ਇਹ ਦਾਦੀ ਦੀ ਦਿੱਤੀ ਹੋਈ ਗੁੜਤੀ ਸੀ ਗੁਰਬਾਣੀ ਦੀ। ਰਹਿਰਾਸ ਦਾ ਪਾਠ ਕੀਤਾ ਵੇ, ਪ੍ਰਸ਼ਾਦਾ ਛਕਿਆ, ਰਾਤ ਨੂੰ ਸੁੱਤੇ ਨੇ। ਜਦ ਸੌਂ ਗਏ ਨਾ ਤਾਂ ਮਾਤਾ ਜੀ ਕੋਲ ਇੱਕ ਥੈਲੀ ਸੀ ਜਿਹਦੇ ਵਿੱਚ ਸੋਨੇ ਦੀਆਂ ਮੋਹਰਾਂ ਸਨ। ਸਰਾਣੇ ਰੱਖ ਕੇ ਤੇ ਮਾਤਾ ਜੀ ਸੌਂ ਗਏ ਨੇ। ਇਹ ਜਿਹੜਾ ਗੰਗੂ ਸੀ ਨਾ, ਕਿਉਂਕਿ ਗੁਰੂ ਘਰ ਦੇ ਵਿੱਚ ਰਹਿੰਦਾ ਸੀ, ਇਸ ਨੂੰ ਪਤਾ ਸੀ ਮਾਤਾ ਜੀ ਕਈ ਵਾਰੀ ਇਸ ਥੈਲੀ ਦੇ ਵਿੱਚੋਂ ਮਾਇਆ ਕੱਢ ਕੇ ਦਿਆ ਕਰਦੇ ਸਨ ਖਰਚ ਕਰਨ ਵਾਸਤੇ, ਜਾਂ ਕਿਸੇ ਨੂੰ ਖੁਸ਼ੀ ਨਾਲ ਦੇਣੀ ਹੈ। ਉਹਨੂੰ ਪਤਾ ਸੀ ਵੀ ਇਸ ਥੈਲੀ ਦੇ ਵਿੱਚ ਬਹੁਤ ਸਾਰੀ ਮਾਇਆ ਹੈ, ਧਨ ਹੈ ਇਹਦੇ ਵਿੱਚ। ਜਦ ਇਹ ਲੈ ਕੇ ਆਇਆ ਗੰਗੂ, ਦੇਖੋ ਕੁੱਤੇ ਦੇ ਦੋ ਪਹਿਲੂ ਨੇ। ਇੱਕ ਕੁੱਤਾ ਵਫਾਦਾਰ ਹੈ, ਇੱਕ ਕੁੱਤਾ ਆਵਾਰਾ ਹੈ, ਇੱਕ ਕੁੱਤਾ ਪਾਗਲ ਹੈ, ਇੱਕ ਕੁੱਤਾ ਜੰਗਲੀ ਹੈ, ਇੱਕ ਕੁੱਤਾ ਸ਼ਹਿਰੀ ਹੈ। ਕੁੱਤੇ ਦੇ ਕਈ ਪਹਿਲੂ ਨੇ, ਮੈਂ ਆਉਣ ਵਾਲੇ ਸਮੇਂ ਵੀ ਤੁਹਾਡੇ ਸਾਹਮਣੇ ਰੱਖਾਂਗਾ। ਤਕਰੀਬਨ 4 ਤਰ੍ਹਾਂ ਦੇ ਕੁੱਤੇ ਮੰਨੇ ਗਏ ਹਨ। ਜਿਸ ਵਕਤ ਇਹ ਲੈ ਕੇ ਆਇਆ ਨਾ, ਉਸ ਵਕਤ ਤੇ ਪੂਰਾ ਵਫਾਦਾਰ ਸੀ। ਲੇਕਿਨ ਰਾਤ ਜਦ ਇਸ ਦੀ ਨਿਗਾਹ ਪੈ ਗਈ ਉਸ ਥੈਲੀ ਦੇ ਉੱਤੇ, ਲੋਭ ਰੂਪੀ ਕੁੱਤਾ ਤੇ ਆਸ਼ਾ ਤੇ ਤ੍ਰਿਸ਼ਨਾ ਰੂਪੀ ਕੁੱਤੀਆਂ ਜਿਹੜੀਆਂ ਨੇ ਉਹ ਭੌਂਕ ਪਈਆਂ ਨੇ, ਔਰ ਇਤਨੇ ਪ੍ਰਬਲ ਤਰੀਕੇ ਦੇ ਨਾਲ ਭੌਂਕੀਆਂ ਕਿ ਇਸ ਨੂੰ ਹਲਕ ਪੈ ਗਿਆ, ਇਹ ਪਾਗਲ ਹੋ ਗਿਆ। ਪਾਗਲ ਜਦ ਹੋ ਗਿਆ ਤਾਂ ਇਸ ਨੂੰ ਪਤਾ ਨਹੀਂ ਲੱਗਦਾ ਵੀ ਹੁਣ ਸਾਹਮਣੇ ਕੌਣ ਹੈ ਮੇਰੇ। ਇਹ ਵੀ ਭੁੱਲ ਗਿਆ कि 10वें पातशाह जो कट कट के अंतर की जानत, भले बुरे की पीर पछानत, जिस गुरु ने कट कट दी जाननहार ने, जिदे कलों मैं खांदा रहा हाँ, जिन्हां दे सदके मेरा परिवार चलदा रहा, ये सब कुछ भुल गया है। थैली चुक के इसने छुपा दी। अमृत वेले जद माता जी उठे ने, नितनेम किया अपना, उन्होंने निगाह पै गई भी जिहड़ी मोहरां वाली थैली रखी सी वो नहीं है हुण इत्थे। बड़े ही प्यार दे नाल माता गुजर कौर जी पुछदे ने भी गंगू पुत्र, क्या ये थैली जिहड़ी है सी माया वाली धन वाली किधरे संभाल के रखी है? तू किधरे संभाल के रखी है? जिवें साडे घर कोई मेहमान आ जाता है ना, असी उहदियां कीमती चीज़ां नूं संभाल के रख दिंदे हां, किधरे गुआच ना जाण। बड़े प्यार नाल माता जी पुछदे ने भी किधरे संभाल के रखी है?
बस इतना पुछना ही सी कि इहदा पागलपन जाग पिया है। बस इतना ही पूछया माता जी ने। कहंदे तुसी मैनू चोर समझ लिया वे। एक तो मैं सरकार तो बागियां नू अपने घर विच लिया के पनाह दिती है। मैं तुसी सरकार दे बागी हो, मैं तुहानू पनाह दिती है और तुसी ये इल्ज़ाम मेरे उत्ते लाया है कि मोहरां दी थैली मैं चुक लई है। देखो बंदा एक पाप करदा है ना, उस एक पाप नू छुपाण वास्ते 100 पाप होर करदा वे। एक झूठ बोलदा है, उस झूठ नू छुपाण वास्ते 100 झूठ होर बोलने पैंदे ने। ते ज्यों ज्यों बंदा झूठ बोलदा है ना, उहदे बोलण तो पता लग जांदा भी ये कितना वड्डा गुनाहगार है। उहदा बोलना ही उहदा गुनाह साबित कर दिंदा वे। ते माता जी कल्लों तो बच नहीं सी ना सकदा। उन्होंने तो चेहरे तो ही पढ़ लिया सी भी इन्हें गुनाह कीता है। पर क्योंकि गुरु घर दा सेवादार सी वो, माता जी कहंदे ने भी एक बारी मैनू सिर्फ दिखा दे, तू सिर्फ एक बारी विखा दे मैनू। तैनू माया दी लोड़ है तो तू रख लै, ना दमी सानू। गुरु घर विच कोई कमी नहीं है। तू सेवा कीती है, सेवा दे बदले मैं वैसे ही तैनू बहुत कुछ दे जाना सी। पर जे तू लै ही लई है तो एक बारी दिखा तो देना। माता जी चाहते सन भी इहदे उत्ते इल्ज़ाम ना आवे। ये सेवादार है गुरु घर दा, इहदे उत्ते कोई इल्ज़ाम ना आवे। बई असी कह देंगे ठीक है तू रख लै, साडी आग्या होगी रखण दी। पर वो क्योंकि लोभ दे विच हलकाया कुत्ता बन गया सी, अगों कई कुछ पुट्ठा सीधा बोलदा होया बाहर निकल गया। पिंड दे चौधरी कोल गया, चौधरी नूं कह के मोरिंडे थाणे विच जाके उत्थों दे थाणेदार जानी खां मानी खां नूं लिया के माता गुजर कौर जी ते साहिबजादियां नूं गिरफ्तार करा दिता है। इसने लोभी का वैसाह न कीजे, ज्यों कुकर हरकाया तावे दह दिस जाए। लोभी जंत न जानी पख अबख सब खाए। लोभी बंदे दा विश्वास नहीं करना चाहिए। अगे बड़ा लंबा चौड़ा इतिहास है, तुहानू पता है। फिर साहिबजादे माता जी शहादत प्राप्त करते हैं। पर जिस वक्त गिरफ्तार करके ले जान लगे ना सिपाही, माता जी दे मुख तो एक बचन निकलिया भी गंगू जिस धन वास्ते तू ये पाप कमाया है ना, उही धन तेरी मौत का कारण बनेगा। उही धन। कुत्ता अगर पागल हो जाए तो ज़्यादा दिन तक फिर जिउंदा नहीं रहता है, ज़्यादा दिन तक नहीं जिउंदा है। या तो अपने आप ही मर जाता है या फिर उसनू लोग मार देंदे ने। क्योंकि वो जिन्हों भी कट्टेगा ना, जिन्हों भी चक पाएगा, उन्होंने भी पागल करेगा। इस वास्ते उसनू मार दिता जाता है। जद ये गल सिपाहियों ने सुनी है कि इन्हें किसी धन दे लालच पिछे इन्हां नूं गिरफ्तार कराया है, माता जी साहिबजादे ते चले गए। पिछों सिपाहियों ने गंगू नूं पकड़ लिया है। दस ओ माया ओ धन कित्थे है जिहड़ा तू छुपाया है। सिपाहियों ने जद बहुत इसनूं डराया धमकाया, इन्हें फिर आख्या भी नदी किनारे मैं धन दब के आया जिहड़ा रात मैं चुराया सी। रेत दे विच इसने धन दी गुत्थी जड़ी है टोया पुट के उहदे विच रखी, उपर रेत नाल उसनूं प्लेन कर दिता। रात पानी दी एक छल आई, वो जिहड़ा निशान सी ना उहनूं छुपाण दा, धन छुपाण दा, वो निशान सारा ही मिट गया। हुण ये जगह भुल गया भी मैं कित्थे छुपाया धन। कदी आखे मैं इत्थे रखिया, कदी आखे मैं इत्थे रखिया। एक सिपाहियां दा डर ते दूसरा माता जी दे बचन, तीसरा अंदरों लोभ रूपी पागल कुत्ता। सिपाहियों ने मार मार के इस गलों पुछया पर वो धन लभ्या ही नहीं। आखिर इसकी मौत हो गई उत्थे ही।
जिस धन वास्ते इसने पाप कमाया सी ना, उसी धन ने इनू मौत दे मूँह विच सुट दिता है। गुरु नानक सच्चे पातशाह जी कहते हैं कि ये लोभ रूपी कुत्ता अगर किसी दे अंदर वड़ जाए ना, तो फिर उसनू पागल कर देंदा है। उन्हों फिर कुछ समझ नहीं आती भी सामने कौन है, अपना है पराया है, मैनू की करना चाहिए की नहीं करना चाहिए है। भाई साहब भाई गुरदास जी ने कमाल की है। कुकर बारे कुत्ते बारे भाई साहब ने बहुत कुछ लिखा है। भाई साहब कहते ने कुत्ता राज बहालीए फिर चक्की चट्टे। कुत्ते नू अगर राज सिंघासन ते बिठा दईए, भाव जिस मनुख दा सुभाव कुत्ते वर्गा है, लोभी है, अगर उसनू राज सिंघासन ते बिठा दोगे या किसी उच्ची पदवी ते बिठा दिता जाएगा, उन्हें काम उही कुत्तियां वाले ही करने ने। फिर चक्की चट्टे जाएगा, उत्थे चक्की चट्टन वास्ते ही। कुत्ते का सुभाव बदलिया नहीं जा सकता है। जो पागल हो जाए उन्होंने फिर कुछ समझ नहीं आती है, भावें वो बैठ गया उच्ची पदवी दे उत्ते, राज सिंघासन दे उत्ते, किसी धार्मिक पदवी दे उत्ते, पर भाई साहब कहते हैं कि फिर चक्की चट्टे जाएगा, उत्थे ही चक्की चट्टन वास्ते। कर्म उही कुत्तियां वाले ही रहने ने, भावें राज सिंघासन ते क्यों ना बह जाए। मैं अर्ज करा, जब कुत्ते दे अंदर हलक पै जाती है ना, कुत्ता पागल हो जाता है ना, फिर वो किसी नू भी बख्शदा नहीं है। फिर खुदाया हवस के बंदे वफा को बेच देते हैं, खुदा के घर की क्या कहिए खुदा को बेच देते हैं। रब नू भी बेच देंदे ने फिर हवस जद पै जाती है। तो और असी देखते हाँ, लालच दे विच आके श्री गुरु ग्रंथ साहब दे 328 स्वरूपों का अज सानू पता नहीं है कि सतगुरु दे स्वरूप कित्थे ने, उन्हां नाल की कीता गया है। चंद पैसों के लालच विच अपने गुरु नू भी बेच दिता है। चंद पैसों के खाकर जूं कूकर हरकाया तावे दे दिस जाए, लोभी जंत न जानी पक बक सब खाए। लालच दे विच ये भी भुल गए कि जिस गुरु नू सारा जगत मत्था टेकदा है, असी उन्हां दे स्वरूपां नाल ही ये कुछ कीता वे, फिर दसदे भी नहीं पे भी असी कीता की है। अज मोर्चा ला के बैठे ने अमृतसर साहिब सिंह, कोई दसन वाला नहीं है, कोई पुछण वाला नहीं उन्होंने। भगत कबीर साहब कहते ने माथे तिलक हथ माला बाना, लोगन राम खिलौना जाना। बंदे ने रब नूं भी खिडौना ही समझ लिया बस अपने लालच की खातर। गुरु ग्रंथ साहब महाराज के स्वरूपों का नहीं पता है। कई गुरुद्वारियां दी जमीनां बेच के खा गए ने, कई गोलकां लुट के खा गए हैं। किस वास्ते? अंदर हलकाया कुत्ता बैठा होया, होर कुछ नहीं है बस। बहुत ही लंबियां चौड़ियां विचारां ने, बहुत सारियां पंक्तियां गुरु ग्रंथ साहब दे विच कुत्ते दे प्रथाएं, कुकर और स्वान, सग, अलग अलग नामां तो बहुत सारियां पंक्तियां ते वखरे वखरे सुभाव, क्योंकि कुत्ते नू वफादार भी मनिया गया है, कुत्ते नू आवारा भी मनिया गया है। कई पहलू गुरु ग्रंथ साहब ने बयान किए हैं। कल भी आपां कुकर दी ही विचार आप जी दे सन्मुख रखांगे, क्योंकि बहुत वड्डा सबजैक्ट है, अज पूरा नहीं हो सकिया है। कुछ पहलू होर कल बयान करांगे। बहुत बहुत धन्यवाद आप जी का जिन्हां ने ये कथा श्रवण की है। आप शेयर कर दिया करो, कमेंट करो और फेसबुक पेज नू फॉलो करो। सारी कथा यूट्यूब चैनल कथा सागर मनमोहन सिंह निमाणा, उत्थे भी तुहानू ये प्राप्त हो सकती है। गुरु ग्रंथ साहब विच आए सारे जीव जनता की कथा आप जी श्रवण करोगे। आने वाले दिनों के विच वध तो वध आप शेयर करो और अरदास करो कि सतगुरु मैनू तौफीक बख्शन, ये जो सेवा मैं आरंभ की है निर्विघ्नता सहित कर सकां। गुरु सारियां दे सिर ते हथ रखे, मेरे ते भी कृपा करे। भुलां चुकां दी क्षमा। वाहिगुरू जी का खालसा,
ਵਾਹਿਗੁਰੂ ਜੀ ਕੀ ਫਤਿਹ।